ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਕਿਰਨ ਵਰਮਾ ਹੈ, ਵੋਕੇਸ਼ਨਲ ਟੀਚਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੜੋਆ ਇਨ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ। ਹੈਲਥ ਕੇਅਰ ਵਿਸ਼ੇ ਦੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ ਵੱਲੋਂ ਕੀਤੀ ਗਈ ਹੈ। ਮੇਰੇ ਅੱਜ ਦਾ ਡਿਸਕਸ਼ਨ ਟੌਪਿਕ ਹੈਗਾ ਉਹ ਹੈ ਮਾਈਕਰੋ ਆਰਗੇਨਿਜ਼ਮ ਐਂਡ ਦੇਅਰ ਡਿਜ਼ੀਜ਼। First of all, what are microorganisms? Microorganisms, as it's the addition of two words. Micro means very small, and organism means creature. The very small creature which can't be seen by naked eye are known as microorganisms. We study these microorganisms under microbiology। ਅਸੀਂ ਜਿੰਨੇ ਵੀ ਮਾਈਕਰੋ ਆਰਗੈਨਿਜ਼ਮਸ ਹੈ ਉਹਨਾਂ ਨੂੰ ਸਾਇੰਸ ਦੀ ਬਾਇਓਲੋਜੀ ਦੀ ਮਾਈਕਰੋਬਾਇਓਲੋਜੀ ਦੀ ਬ੍ਰਾਂਚ ਦੇ ਅੰਦਰ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਇਹਦਾ ਮਾਈਕਰੋਬਾਇਓਲੋਜੀ ਇਜ਼ ਦਾ ਬ੍ਰਾਂਚ ਆਫ ਬਾਇਓਲੋਜੀ ਵਿਚ ਡੀਲਸ ਵਿਦ ਦਾ ਸਟੱਡੀ ਆਫ ਮਾਈਕਰੋਬਸ ਇਜ਼ ਕਾਲਡ ਮਾਈਕਰੋਬਾਇਓਲੋਜੀ। Now come to the topic microorganisms. Microorganisms are minute unicellular organisms that cannot be seen by naked eyes. Some microbes are useful in our day-to-day life while others are harmful to our health. The harmful microorganisms are called pathogens. The microorganisms which carry some disease with them or which cause diseases in organisms are known as pathogens. The microorganisms are divided into various categories. These are known as protozoa, fungus, virus, and bacteria. Once they invade the host cell, they disrupt the or damage the normal cellular activities. Thus this lead to disease on a larger scale. ਜਦੋਂ ਮਾਈਕਰੋ ਆਰਗੈਨਿਜ਼ਮ ਕਿਸੇ ਹੋਸਟ ਸੈੱਲ ਦੇ ਅੰਦਰ ਐਂਟਰ ਕਰ ਜਾਂਦੇ ਹਨ ਤਾਂ ਉਹ ਉਸ ਸੈੱਲ ਦੀਆਂ ਨਾਰਮਲ ਐਕਟੀਵਿਟੀਜ਼ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦੇ ਹਨ, ਜਿਸ ਨਾਲ ਆਰਗੈਨਿਜ਼ਮ ਦੇ ਸਰੀਰ ਵਿੱਚ ਡਿਜ਼ੀਜ਼ ਪੈਦਾ ਹੁੰਦੀਆਂ ਹਨ। Now first of all, entry path. How organisms enter our body. ਜਿਹੜੇ ਆਰਗੈਨਿਜ਼ਮਸ ਹੈ ਉਹ ਹਿਊਮਨ ਬੋਡੀ ਦੇ ਕਿਸੇ ਹੋਰ ਵੀ ਆਰਗੈਨਿਜ਼ਮ ਨੇ ਐਂਟਰ ਕਿਵੇਂ ਕਰਦੇ ਹਨ। There are three ways to enter into the host. First is respiratory tract, second is genital tract, third is urinary tract. ਇਹ ਤਿੰਨਾਂ ਟਰੈਕਟਸ ਦੇ ਵਿੱਚ ਜਿਹੜੇ ਵਾਇਰਸ ਹੈ ਉਹ ਈਜ਼ੀਲੀ ਹਿਊਮਨ ਬੋਡੀ ਦੇ ਵਿੱਚ ਟਰਾਂਸਫਰ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਰੈਸਪੀਰੇਟਰੀ ਟਰੈਕਟ, ਜਿਸ ਟਰੈਕਟ ਰਾਹੀਂ ਅਸੀਂ ਸਾਹ ਲੈਂਦੇ ਹਾਂ। ਕੁਝ ਵਾਇਰਸ ਜੋ ਏਅਰ ਦੇ ਥਰੂ ਸਾਡੇ ਅੰਦਰ ਚਲੇ ਜਾਂਦੇ ਹਨ ਅਤੇ ਬਿਮਾਰੀਆਂ ਪੈਦਾ ਕਰਦੇ ਹਨ। ਦੈਨ ਸੈਕਿੰਡ ਇਜ਼ ਜੈਨੀਟਲ ਟਰੈਕਟ। ਜੈਨੀਟਲ ਟਰੈਕਟ ਦੇ ਵਿੱਚ ਉਹ ਵਾਇਰਸ ਜਾਂਦੇ ਹਨ ਜੋ ਥਰੂ ਸੈਕਸ਼ੁਅਲ ਇੰਟਰਕੋਰਸ ਬੋਡੀ ਦੇ ਅੰਦਰ ਐਂਟਰ ਕਰ ਜਾਂਦੇ ਹਨ। ਯੂਰੀਨਰੀ ਟਰੈਕਟ ਥਰੂ ਇਹ ਵੀ ਜਿਹੜਾ ਜੈਨੀਟਲ ਟਰੈਕਟ ਦੇ ਨਾਲ ਸਮਹਾਊ ਰਿਲੇਟਡ ਆ। ਉਸ ਤੋਂ ਬਾਅਦ ਹੈਗਾ ਟਰਾਂਸਮਿਸ਼ਨ। ਉਹ ਕਿਹੜੇ ਮੀਡੀਅਮ ਹੈ ਜਿਨ੍ਹਾਂ ਵਿੱਚ ਜਿਹੜੇ ਵਾਇਰਸ ਹੈ ਉਹ ਟਰਾਂਸਫਰ ਹੁੰਦੇ ਹਨ। ਕੁਛ ਏਅਰ ਦੇ ਥਰੂ ਆਉਂਦੇ ਹਨ, ਉਹ ਏਅਰਬੋਰਨ ਡਿਜ਼ੀਜ਼ਸ ਪੈਦਾ ਕਰਦੇ ਹਨ। ਕੁਛ ਵਾਟਰ ਦੇ ਥਰੂ ਜਾਂਦੇ ਹਨ, ਉਹ ਵਾਟਰਬੋਰਨ ਟੱਚਿੰਗ ਐਂਡ ਜ਼ੂਨੋਸਿਸ। ਜ਼ੂਨੋਸਿਸ is a new term. Zoonosis means virus are also transferred through pet animal or animals and animals. All diseases
ਜੋ ਪੈਟ ਐਨੀਮਲਸ ਤੋਂ ਹਿਊਮਨਸ ਵਿੱਚ ਐਂਟਰ ਹੁੰਦੇ ਹਨ। ਥਰਡ ਇਜ਼ ਦਾ ਮੋਡ ਆਫ ਐਕਸ਼ਨ। ਨਾ ਤੀਜਾ ਹੈ ਮੋਡ ਆਫ ਐਕਸ਼ਨ, ਜਿਹਦੇ ਵਿੱਚ ਕਿ ਉਹ ਕਿਵੇਂ ਉਹ ਸਾਨੂੰ ਬਿਮਾਰ ਕਰ ਦਿੰਦੇ ਹਨ। ਫਸਟ ਆਫ ਆਲ ਦੇ ਅਟੈਚ ਟੂ ਦਾ ਟਾਰਗੇਟ ਸਾਈਟ ਐਂਡ ਰਿਲੀਜ਼ ਟੌਕਸਿਨ। ਜਿਹੜੇ ਵਾਇਰਸ ਹੈ ਉਹ ਆਪਣੀ ਜਿੱਥੇ ਉਹਨਾਂ ਨੇ ਜੁੜਨਾ ਹੁੰਦਾ ਹੈ ਟਾਰਗੇਟ ਸਾਈਟ 'ਤੇ ਜਾ ਕੇ ਲੱਗ ਜਾਂਦੇ ਹਨ ਅਤੇ ਬਹੁਤ ਸਾਰੇ ਟੌਕਸਿਨ, ਜਿਨ੍ਹਾਂ ਨੂੰ ਆਪਾਂ ਟੌਕਸਿਨ ਹਾਰਮਫੁਲ ਕੈਮੀਕਲਸ ਉਹ ਰਿਲੀਜ਼ ਕਰਦੇ ਹਨ ਅਤੇ ਹੋਸਟ ਨੂੰ ਜਿਹੜਾ ਕੀ ਹੈ ਪੂਰੀ ਤਰ੍ਹਾਂ ਨਾਲ ਕਮਜ਼ੋਰ ਕਰ ਦਿੰਦੇ ਹਨ। ਉਸ ਤੋਂ ਬਾਅਦ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਹੈ ਉਹ ਟ੍ਰਿਗਰਡ ਹੁੰਦਾ ਹੈ ਅਤੇ T and B ਲਿੰਫੋਸਾਈਟਸ ਐਕਟੀਵੇਟਡ ਹੁੰਦੇ ਹਨ ਅਤੇ ਇਸ ਤਰ੍ਹਾਂ ਨਾਲ ਸਭ ਤੋਂ ਪਹਿਲਾਂ ਉਹ ਅਟੈਚ ਕਰਦੇ ਆ ਟਾਰਗੇਟ ਸੈੱਲ ਦੇ ਨਾਲ, ਟਾਰਗੇਟ ਸਾਈਟ ਦੇ ਨਾਲ, ਫਿਰ ਟੌਕਸਿਨ ਰਿਲੀਜ਼ ਕਰਦੇ ਹਨ ਔਰ ਟੌਕਸਿਨ ਸਾਡੇ ਬਾਡੀ ਦੇ ਵਿੱਚ ਜਾ ਕੇ ਉਸ ਬਾਡੀ ਦੀਆਂ ਸਾਰੀਆਂ ਸੈਲੂਲਰ ਫੰਕਸ਼ਨਸ ਨੂੰ ਪੂਰੀ ਤਰ੍ਹਾਂ ਨਾਲ ਡੈਮੇਜ ਕਰ ਦਿੰਦੇ ਹਨ ਜਾਂ ਉਹਨਾਂ ਨੂੰ ਅਫੈਕਟ ਕਰ ਦਿੰਦੇ ਹਨ ਬੁਰੀ ਤਰ੍ਹਾਂ। ਉਸ ਤੋਂ ਬਾਅਦ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਹੈ ਉਹ ਹੌਲੀ ਹੌਲੀ ਡੀਗ੍ਰੇਡ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਸ ਕਰਕੇ ਜਿਹੜਾ ਹੋਸਟ ਹੈ ਉਹ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸਦੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਹੈ ਉਹ ਘੱਟ ਜਾਂਦੀ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਬਿਮਾਰੀ ਦੇ ਸ਼ਿਕੰਜੇ ਵਿੱਚ ਆ ਜਾਂਦਾ ਹੈ। ਦੈਨ ਸੈਕਿੰਡ ਇਜ਼ ਫੂਡ ਪ੍ਰਜ਼ਰਵੇਸ਼ਨ। Food preservation is the process to prevent edible items from getting spoiled. ਕਿਸੇ ਵੀ ਫੂਡ ਐਕਟੀਵਿਟੀਜ਼ ਨੂੰ ਐਡੀਬਲ ਫੂਡਸ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਜਿਹੜੀ ਪ੍ਰੋਸੈਸ ਹੈ ਉਹਦੀ ਵਿਧੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ, ਫੂਡ ਪ੍ਰੀਜ਼ਰਵੇਸ਼ਨ। ਫੂਡ ਪ੍ਰੀਜ਼ਰਵੇਸ਼ਨ ਦੇ ਜਿਹੜੀ ਪ੍ਰੀਜ਼ਰਵੇਸ਼ਨ ਹੈ ਕੁਛ ਪ੍ਰਿੰਸੀਪਲਸ 'ਤੇ ਨਿਰਧਾਰਿਤ ਹੁੰਦੀ ਹੈ। ਜਿਵੇਂ ਸਾਨੂੰ ਪਤਾ ਹੀ ਹੈ ਕਿ ਫੂਡ ਸਪੋਇਲਡ ਹੋਣਾ ਵੀ ਬਹੁਤ ਸਾਰੇ ਮਾਈਕਰੋ ਆਰਗੈਨਿਜ਼ਮ ਕਰਕੇ ਹੀ ਹੁੰਦਾ ਆ। ਸੋ ਫੂਡ ਨੂੰ ਬਚਾਉਣ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਮਾਈਕਰੋਬਸ ਦੀ ਐਂਟਰੀ ਨੂੰ ਬੰਦ ਕਰਦੇ ਹਨ, ਇਹਨੂੰ ਕਹਿੰਦੇ ਹਾਂ ਆਪਾਂ ਪ੍ਰੀਵੈਂਟਿੰਗ ਮਾਈਕਰੋਬਸ। ਦੈਨ ਸੈਕਿੰਡ ਰਿਮੂਵਲ ਆਫ ਮਾਈਕਰੋਬਸ ਨੂੰ ਜਿਹੜੇ ਹਾਰਮਫੁਲ ਮਾਈਕਰੋਬਸ ਆ ਉਹਨੂੰ ਨਸ਼ਟ ਕਰ ਦੇਣਾ। ਥਰਡ ਇਜ਼ ਇਨਹਿਬਿਟਿੰਗ ਮਾਈਕਰੋਬੀਅਲ ਗਰੋਥ। ਜਿਹੜੀ ਮਾਈਕਰੋਬੀਅਲ ਦੀ ਗਰੋਥ ਹੈ ਜੋ ਉਹਨੂੰ ਖਰਾਬ ਕਰਦੀ ਹੈ ਫੂਡ ਨੂੰ, ਉਹਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣਾ। ਫੋਰਥ ਇਜ਼ ਕਿਲਿੰਗ ਮਾਈਕਰੋਬਸ ਨੂੰ ਮਾਰ ਦੇਣਾ ਜਾਂ ਨਸ਼ਟ ਕਰ ਦੇਣਾ। ਦੈਨ ਲਾਸਟ ਪ੍ਰਿੰਸੀਪਲ ਹੈ ਮਾਈਕਰੋਬੀਅਲ ਐਨਜ਼ਾਈਮ ਡੀਐਕਟੀਵੇਟਡ। ਜਿੰਨੇ ਵੀ ਮਾਈਕਰੋਬਸ ਦੇ ਐਨਜ਼ਾਈਮ ਹੈ ਜੋ ਐਕਟਿਵ ਹੁੰਦੇ ਆ, ਜੋ ਫੂਡ ਸਪੋਇਲ ਪ੍ਰੋਸੈਸ ਨੂੰ ਜਿਹੜੇ ਐਨਹਾਂਸ ਕਰਦੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਡੀਐਕਟੀਵੇਟ ਕਰ ਦੇਣਾ। ਦੈਨ ਪ੍ਰੀਜ਼ਰਵੇਸ਼ਨ ਮੈਥਡ ਵੀ ਦੋ ਤਰ੍ਹਾਂ ਦੇ ਹੈ, ਆਪਾਂ ਪੜ੍ਹਾਂਗੇ। ਫਸਟ ਇਜ਼ ਫਿਜ਼ੀਕਲ ਮੈਥਡ, ਜਿਹਦੇ ਵਿੱਚ ਆ ਫਿਲਟਰੇਸ਼ਨ, ਹੀਟ ਟਰੀਟਮੈਂਟ, ਡਰਾਇੰਗ ਜਾਂ ਰੇਡੀਏਸ਼ਨਸ। ਦੈਨ ਉਸ ਤੋਂ ਬਾਅਦ ਕੈਮੀਕਲ ਮੈਥਡਸ ਦੇ ਵਿੱਚ ਯੂਜ਼ਿੰਗ ਸਰਟਨ ਕੈਮੀਕਲਸ ਐਂਡ ਪ੍ਰੀਜ਼ਰਵੇਟਿਵਸ। ਐਂਡ ਥਰਡ ਇਜ਼ ਐਸਿਡ। ਸੋ ਇਹ ਜਿਹੜੇ ਪ੍ਰੀਜ਼ਰਵੇਸ਼ਨ ਮੈਥਡ ਸੀ, ਜਿਹਦੇ ਵਿੱਚ ਫੂਡ ਪ੍ਰੀਜ਼ਰਵੇਸ਼ਨ ਦੇ ਪ੍ਰਿੰਸੀਪਲ ਐਂਡ ਪ੍ਰੀਜ਼ਰਵੇਸ਼ਨ ਮੈਥਡਸ। ਦੈਨ ਨਾਓ the examples of different disease caused by various organism. As we discussed earlier, ਅਸੀਂ ਪਹਿਲਾਂ ਹੀ ਪੜ੍ਹਿਆ ਹੈ ਕਿ ਜਿਹੜੇ ਮਾਈਕਰੋ ਆਰਗੈਨਿਜ਼ਮਸ ਹੈ ਉਹ ਬਹੁਤ ਸਾਰੇ ਭਾਗਾਂ ਦੇ ਵਿੱਚ ਵੰਡੇ ਹੋਏ ਆ। ਸਭ ਤੋਂ ਪਹਿਲਾਂ ਹੀ ਵਾਇਰਸ। ਹੁਣ ਜੋ ਕੁਛ ਡਿਜ਼ੀਜ਼ਸ ਜਿਵੇਂ ਕਿ ਕਾਮਨ ਕੋਲਡ, ਏਡਸ, ਮਮਪਸ, ਪੋਲੀਓ, ਰੇਬੀਜ਼, ਇਹ ਕੁਛ ਇੱਦਾਂ ਦੀਆਂ ਡਿਜ਼ੀਜ਼ਸ ਹੈ ਜੋ ਵਾਇਰਸ ਕਰਕੇ ਜਿਹੜੀਆਂ ਹੈ ਉਹ ਫੈਲਦੀਆਂ ਹੈ। ਉਸ ਤੋਂ ਬਾਅਦ ਨੈਕਸਟ ਕੈਟੇਗਰੀ ਮਾਈਕਰੋ ਆਰਗੈਨਿਜ਼ਮਸ ਦੀ ਹੈ ਬੈਕਟੀਰੀਆ।
ਬੈਕਟੀਰੀਆ ਦੇ ਨਾਲ ਹੋਣ ਵਾਲੀਆਂ ਡਿਜ਼ੀਜ਼ਸ ਜਿਵੇਂ ਕਿ ਡਿਪਥੀਰੀਆ, ਟਾਈਫਾਇਡ, ਕੋਲਰਾ ਆਦਿ। ਦੈਨ ਅਗਲੀ ਜਿਹੜੀ ਡਿਵੀਜ਼ਨ ਸੀ ਪ੍ਰੋਟੋਜ਼ੋਆ, ਮਲੇਰੀਆ ਐਂਡ ਸਲੀਪਿੰਗ ਸਿਕਨੈਸ, ਇਹ ਕੁਛ ਡਿਜ਼ੀਜ਼ਜ਼ ਹੈ ਜੋ ਪ੍ਰੋਟੋਜ਼ੋਆ ਕਰਕੇ ਫੈਲਦੀਆਂ ਆ। ਉਸ ਤੋਂ ਬਾਅਦ ਵਰਮਸ ਹੈ ਜਿਵੇਂ ਕਿ ਰਾਊਂਡ ਵਰਮ, ਟੇਪ ਵਰਮ, ਜਿਹੜੇ ਡਿਜ਼ੀਜ਼ਜ਼ ਜਿਵੇਂ ਕਿ ਐਸਕੈਰੀਆਸਿਸ, ਟੀਨੀਐਸਿਸ ਜਿਹੜੇ ਐਨੀਮਲਸ ਦੇ ਵਿੱਚ ਫੈਲਾ ਦਿੰਦੇ ਹਨ। ਉਸ ਤੋਂ ਬਾਅਦ ਇਹਦੇ ਵਿੱਚ ਕੁਛ ਡਿਜ਼ੀਜ਼ਜ਼ ਦੇ ਕਾਮਨ ਮਾਈਕਰੋ ਆਰਗੈਨਿਜ਼ਮਸ ਦੇ ਨਾਮ ਜੋ ਉਹਨਾਂ ਵਿੱਚ ਬਿਮਾਰੀਆਂ ਫੈਲਾਉਂਦੇ ਆ ਹਿਊਮਨਸ ਦੇ ਵਿੱਚ, ਜਿਵੇਂ ਕੋਲਡ ਕਿਹੜੇ ਮਾਈਕਰੋ ਆਰਗੈਨਿਜ਼ਮ ਕਰਕੇ ਦਾ ਰਾਈਨੋ ਵਾਇਰਸ ਕਰਕੇ, ਜਰਮਨ ਮੇਜ਼ਲ, ਰੂਬੈਲਾ ਕਰਕੇ, ਚਿਕਨ ਪੌਕਸ, ਵਰੀਸੈਲਾ ਜ਼ੂਸਟਰ, ਵੋਪਿੰਗ ਕੰਫ, ਬਾਰਡੋਟੈਲਾ ਪਰਟੂਸਿਸ, ਬਿਬੋਨਿਕ ਪਲੇਗ, ਯਸੀਨੀਆ ਪੈਸਟਿਸ, ਰਿੰਗ ਵਰਮ, ਟ੍ਰਾਈਕੋਫਾਈਟਨ, ਰਿਬਰਮ, ਟੂਬਰਕਲੋਸਿਸ, ਮਾਈਕੋਬੈਕਟੀਰੀਅਮ ਟੂਬਰਕਲੋਸਿਸ, ਮਲੇਰੀਆ, ਪਲਾਜ਼ਮੋਡੀਅਮ ਫੈਲਸੀਪੈਰਮ ਕਰਕੇ, ਐਥਲੀਟਸ ਫੁੱਟ ਡਿਸੀਜ਼, ਟ੍ਰਾਈਕੋਫਾਈਟਨ, ਮੈਂਟਾਗ੍ਰੋਫਾਈਟ, ਇਹਦੇ ਕਰਕੇ ਜਿਹੜਾ ਕੀ ਹੈ। ਸੋ ਇਹ ਸੀ ਕੁਛ ਆਰਗੈਨਿਜ਼ਮ ਦੇ ਨਾਮ ਅਤੇ ਉਹਦੀਆਂ ਅਤੇ ਕਿਹੜੀਆਂ ਉਹ ਡਿਜ਼ੀਜ਼ ਫੈਲਾਉਂਦੇ ਹਨ। So we have discussed about disease which are caused by microorganism, food preservation, and I hope you enjoy the whole session. Thank you for your attention. Thank you.